Dear student, today we are going to discuss a very important topic, gravitational potential. Gravitational potential की चीज है ਇਹਦੇ ਬਾਰੇ ਅਸੀਂ ਜਿਹੜਾ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਜਿਹੜਾ ਸਾਡਾ ਲੈਕਚਰ ਸੀਗਾ ਜਿਹਦੇ ਵਿੱਚ ਅਸੀਂ ਗ੍ਰੈਵਿਟੇਸ਼ਨ ਫੀਲਡ ਤੇ ਗ੍ਰੈਵਿਟੇਸ਼ਨ ਫੀਲਡ ਇੰਟੈਂਸਿਟੀ ਬਾਰੇ ਅਸੀਂ ਜਿਹੜਾ ਹੈ ਡਿਸਕਸ ਕੀਤਾ ਸੀ। ਗ੍ਰੈਵਿਟੇਸ਼ਨਲ ਫੀਲਡ ਜਿਹੜਾ ਹੈ ਉਹ ਸਪੇਸ ਹੈ ਜਿੱਥੋਂ ਤੱਕ ਅਰਥ ਦਾ ਗ੍ਰੈਵਿਟੇਸ਼ਨ ਫੀਲਡ ਦਾ ਇਫੈਕਟ ਦੇਖਿਆ ਜਾ ਸਕਦਾ ਹੈ, ਜਿੱਥੋਂ ਤੱਕ ਅਰਥ ਕਿਸੇ ਦੂਸਰੀ ਬਾਡੀ ਦੇ ਉੱਤੇ ਫੋਰਸ ਆਫ ਅਟਰੈਕਸ਼ਨ ਅਪਲਾਈ ਕਰ ਸਕਦੀ ਹੈ, ਉਹ ਜਿਹੜੀ ਸਪੇਸ ਹੈ ਅਰਾਊਂਡ ਦਾ ਅਰਥ, that is the gravitational field. Now ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ, ਆਓ ਇਸ ਨੂੰ ਜਿਹੜਾ ਅਸੀਂ ਡਿਸਕਸ ਕਰਦੇ ਹਾਂ। ਇਹ ਇਹਦੀ ਡੈਫੀਨੇਸ਼ਨ ਹੈ। ਡੈਫੀਨੇਸ਼ਨ ਨੂੰ ਅਸੀਂ ਬਾਅਦ ਚ ਦੇਖਦੇ ਹਾਂ, ਪਹਿਲਾਂ ਅਸੀਂ ਜਿਹੜਾ ਹੈ ਡਾਇਗਰਾਮ ਤੋਂ ਅਸੀਂ ਇਹਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਾਓ ਦਿਸ ਇਜ਼ ਦਾ ਅਰਥ, ਜਿਸ ਨੂੰ ਅਸੀਂ ਹੋਮੋਜੀਨੀਅਸ ਜਿਹੜਾ ਸਫੀਅਰ ਦੇ ਨਾਲ ਆਪਾਂ ਰਿਪਰੈਜ਼ੈਂਟ ਕੀਤਾ ਹੈ। ਦਿਸ ਇਜ਼ ਦਾ ਸੈਂਟਰ ਆਫ ਅਰਥ O, ਦਿਸ ਇਜ਼ ਦਾ ਰੇਡੀਅਸ ਆਫ ਅਰਥ O ਤੋਂ ਲੈ ਕੇ ਇੱਥੋਂ ਤੱਕ ਸਾਡਾ ਜਿਹੜਾ ਹੈ ਰੇਡੀਅਸ ਕਿੰਨਾ ਹੈ ਸਾਡੇ ਕੋਲ R, ਐਂਡ ਵਾਟ ਇਜ਼ ਕੈਪੀਟਲ M, ਇਟ ਇਜ਼ ਦਾ ਮਾਸ ਆਫ ਦਾ ਅਰਥ। ਬੇਟਾ ਆ ਜਿਹੜੀ ਅਸੀਂ ਇੱਕ ਡਾਟਡ ਲਾਈਨ ਬਣਾਈ ਹੈ, ਇੱਕ ਆਰਕ ਜੀ ਸ਼ੋ ਕੀਤੀ ਹੈ, ਇਹ ਦੱਸਿਆ ਮੈਂ ਕਿ ਗ੍ਰੈਵਿਟੇਸ਼ਨ ਫੀਲਡ ਹੈ। ਅਰਥ ਦਾ ਗ੍ਰੈਵਿਟੇਸ਼ਨ ਫੀਲਡ ਮੈਂ ਇੱਥੋਂ ਤੱਕ ਪਲਾਟ ਕੀਤਾ ਹੈ ਕਿ ਜੇਕਰ ਕੋਈ ਬਾਡੀ ਇੱਥੇ ਪਈ ਹੈ, ਮੰਨ ਲਓ ਕੋਈ ਪੁਆਇੰਟ ਹੈ ਸਾਡੇ ਕੋਲ Q, ਇਸ ਪੁਆਇੰਟ ਤੇ ਬਾਡੀ ਹੈ ਤੇ ਉਹ ਜਿਹੜੀ ਹੈ ਅਰਥ ਵਾਲੇ ਪਾਸੇ, ਉਹਦੇ ਸੈਂਟਰ ਵਾਲੇ ਪਾਸੇ ਅਟਰੈਕਟ ਹੋ ਜਾਏਗੀ। ਕਹਿਣ ਦਾ ਮਤਲਬ ਅਰਥ ਇਸ ਪੁਆਇੰਟ ਤੱਕ ਆਪਣੀ ਫੋਰਸ ਲਗਾ ਸਕਦਾ ਹੈ, ਇੱਥੇ ਵੀ ਲੱਗੇਗੀ, ਇੱਥੇ ਵੀ ਲੱਗੇਗੀ। ਤੇ ਜਦੋਂ ਅਸੀਂ ਗ੍ਰੈਵਿਟੇਸ਼ਨ ਫੀਲਡ ਤੋਂ ਬਾਹਰ ਹੋ ਗਏ, ਕਹਿਣ ਦਾ ਮਤਲਬ ਇਨਫਿਨਿਟੀ ਤੇ ਚਲੇ ਗਏ, ਬਹੁਤ ਦੂਰ ਆਊਟ ਆਫ ਗ੍ਰੈਵਿਟੇਸ਼ਨ ਫੀਲਡ, ਉੱਥੇ ਸਾਡੀ ਜਿਹੜੀ ਹੈ ਫੋਰਸ ਆਫ ਅਟਰੈਕਸ਼ਨ ਜਿਹੜੀ ਅਰਥ ਵਾਲੀ ਸੀ ਉਹ ਖਤਮ ਹੋ ਜਾਏਗੀ। ਦਿਸ ਇਜ਼ ਦਾ ਗ੍ਰੈਵਿਟੇਸ਼ਨਲ ਫੀਲਡ। ਮੈਂ ਇੱਥੇ ਲਿਖ ਦੇਣਾ ਹੈ, ਇਹ ਜਿਹੜੀ ਲਾਈਨ ਹੈ ਇਹ ਸਾਡੀ ਹੈਗੀ ਆ ਗ੍ਰੈਵਿਟੇਸ਼ਨਲ, ਸਾਡੇ ਕੋਲ ਹੈਗਾ ਫੀਲਡ। ਇੱਥੋਂ ਤੱਕ ਅਰਥ ਦਾ ਅਸਰ ਹੈ, ਇਸ ਤੋਂ ਬਾਅਦ ਉਹਦਾ ਜਿਹੜਾ ਇਫੈਕਟ ਜਿਹੜਾ ਹੈ ਉਹ ਖਤਮ ਹੋ ਗਿਆ। ਮੰਨ ਲਓ ਕਿ ਇੱਕ ਸਾਡੇ ਕੋਲ ਯੂਨਿਟ ਮਾਸ ਬਾਡੀ, ਇੱਕ ਛੋਟੀ ਜੀ ਬਾਡੀ ਹੈ ਜਿਹਦਾ ਆਪਣਾ ਮਾਸ 1 ਯੂਨਿਟ ਹੈ। 1 ਯੂਨਿਟ ਦਾ ਮਤਲਬ ਇਟ ਮੇ ਬੀ 1 ਗ੍ਰਾਮ, ਇਟ ਮੇ ਬੀ 1 ਕਿਲੋਗ੍ਰਾਮ, ਜੋ ਵੀ ਹੈ ਇੱਕ ਯੂਨਿਟ ਮਾਸ ਵਾਲੀ ਬਾਡੀ ਸਾਡੀ ਜਿਹੜੀ ਹੈ ਇਨਫਿਨਿਟੀ ਤੇ ਪਈ ਹੈ। ਤੇ ਜਦੋਂ ਸਾਡੀ ਬਾਡੀ ਇਨਫਿਨਿਟੀ ਤੇ ਪਈ ਹੈ, ਇਹਦਾ ਮਤਲਬ ਹੈ ਕਿ ਇਹਦੇ ਉੱਪਰ ਅਰਥ ਦੀ ਕੋਈ ਅਟਰੈਕਸ਼ਨ ਲੱਗੇਗੀ? ਨਹੀਂ ਲੱਗੇਗੀ। ਕਿਉਂ ਨਹੀਂ ਲੱਗੇਗੀ? ਕਿਉਂਕਿ ਬਾਡੀ ਮੇਰੀ ਗ੍ਰੈਵਿਟੇਸ਼ਨ ਫੀਲਡ ਤੋਂ ਬਾਹਰ ਹੈ। ਜਿੰਨਾ ਚਿਰ ਅਸੀਂ ਗ੍ਰੈਵਿਟੇਸ਼ਨ ਫੀਲਡ ਤੋਂ ਬਾਹਰ ਆ, ਸਾਡੇ ਉੱਪਰ ਅਰਥ ਦਾ ਕੋਈ ਵੀ ਇਫੈਕਟ ਨਹੀਂ ਪਏਗਾ। ਨੋ ਫੋਰਸ ਆਫ ਗ੍ਰੈਵਿਟੇਸ਼ਨ will be act on the unit mass body, ਇਹਦੇ ਉੱਪਰ ਕੋਈ ਵੀ ਫੋਰਸ ਜਿਹੜੀ ਹੈ ਨਹੀਂ ਲੱਗੇਗੀ। ਤੇ ਜੇ ਇਹਦੇ ਉੱਪਰ ਕੋਈ ਫੋਰਸ ਨਹੀਂ ਲੱਗ ਰਹੀ, ਇਹਦਾ ਮਤਲਬ ਹੈ ਕਿ ਇਸ ਬਾਡੀ ਨੂੰ ਇੱਥੇ ਪਕੜ ਕੇ ਰੱਖਣ ਵਾਸਤੇ ਮੈਨੂੰ ਕੋਈ ਵਰਕ ਕਰਨ ਦੀ ਲੋੜ ਹੀ ਨਹੀਂ। ਜੇ ਇਹਦੇ ਤੇ ਫੋਰਸ ਲੱਗਦੀ ਤੇ ਅਰਥ ਇਹਨੂੰ ਮੰਨ ਲਓ ਖਿੱਚਦੀ ਹੈ, ਤੇ ਫਿਰ ਮੈਨੂੰ ਇਸੇ ਜਗ੍ਹਾ ਤੇ ਰੱਖਣ ਵਾਸਤੇ ਮੈਨੂੰ ਵਰਕ ਕਰਨਾ ਪਏਗਾ। ਪਰ ਇਹਦੇ ਉੱਪਰ ਕੋਈ ਫੋਰਸ ਤੇ ਲੱਗ ਨਹੀਂ ਰਹੀ, ਜਿਸ ਤਰ੍ਹਾਂ ਬਾਡੀ ਪਈ ਹੈ ਉਸ ਤਰ੍ਹਾਂ ਹੀ ਪਈ ਰਹੇਗੀ। ਨੋ ਵਰਕ ਹੈਜ਼ ਟੂ ਬੀ ਡਨ ਇਨ ਹੋਲਡਿੰਗ देयर ਪੋਜੀਸ਼ਨ, ਉਹਦੀ ਪੋਜੀਸ਼ਨ ਨੂੰ ਹੋਲਡ ਕਰਨ ਵਾਸਤੇ ਸਾਨੂੰ ਕੋਈ ਵਰਕ ਕਰਨ ਦੀ ਲੋੜ ਨਹੀਂ। ਤੇ ਜੇ ਵਰਕ ਨਹੀਂ ਕੀਤਾ ਤੇ ਸਾਡੇ ਕੋਲ ਕੋਈ એનર્ਜੀ, ਕੋਈ ਪੋਟੈਂਸ਼ੀਅਲ ਦੀ ਜ਼ਰੂਰਤ ਨਹੀਂ ਹੈ। ਇਹਦਾ ਮਤਲਬ ਇੱਥੇ ਇਨਫਿਨਿਟੀ ਤੇ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਕਿੰਨਾ ਹੁੰਦਾ ਸਾਡਾ? 0, ਬਿਕੋਜ਼ ਨੋ ਵਰਕ ਇਜ਼ ਟੂ ਬੀ ਡਨ, ਕੋਈ ਵਰਕ ਕਰਨ ਦੀ ਲੋੜ ਨਹੀਂ। ਨਾਓ ਜਦੋਂ ਇਸ ਬਾਡੀ ਨੂੰ ਮੈਂ ਇਨਫਿਨਿਟੀ ਤੋਂ ਲਿਆ ਕੇ P ਪੁਆਇੰਟ ਤੇ ਲੈ ਕੇ ਜਾਣਾ ਹੈ ਬੇਟਾ, ਬਾਡੀ ਮੇਰੀ ਕਿੱਥੇ ਹੈ? ਇਨਫਿਨਿਟੀ ਤੇ। ਇਨਫਿਨਿਟੀ ਦਾ ਮਤਲਬ ਗ੍ਰੈਵਿਟੇਸ਼ਨ ਫੀਲਡ ਤੋਂ ਬਾਹਰ ਹੈ, ਬਟ ਮੈਂ ਬਾਡੀ ਨੂੰ ਇਨਫਿਨਿਟੀ ਤੋਂ ਲੈ ਕੇ P ਪੁਆਇੰਟ ਤੇ ਲੈ ਕੇ ਆਣਾ ਹੈ। ਤੇ P ਪੁਆਇੰਟ ਕਿੱਥੇ ਹੈ? ਸਾਡਾ ਗ੍ਰੈਵਿਟੇਸ਼ਨ ਫੀਲਡ ਦੇ ਅੰਦਰ ਹੈ।
ਜਦੋਂ ਬਾਡੀ ਨੂੰ ਚੁੱਕ ਕੇ ਇਨਫਿਨਿਟੀ ਤੋਂ ਪੀ ਪੁਆਇੰਟ ਤੇ ਲੈ ਕੇ ਆਵਾਂਗੇ ਤੇ ਜਦੋਂ ਬਾਡੀ ਮੇਰੀ ਬੇਟਾ ਇੱਥੇ ਆ ਗਈ ਪੀ ਪੁਆਇੰਟ ਤੇ ਡੈਫੀਨੇਟਲੀ ਬਾਡੀ ਦੇ ਉੱਪਰ ਫੋਰਸ ਲੱਗੇਗੀ ਗ੍ਰੈਵਿਟੀ ਦੀ, ਕਿਉਂਕਿ ਅਰਥ ਨੇ ਉਹਨੂੰ ਆਪਣੇ ਵੱਲ ਖਿੱਚਣਾ ਹੈ ਤੇ ਜਦੋਂ ਅਰਥ ਉਹਨੂੰ ਆਪਣੇ ਵੱਲ ਖਿੱਚੇਗੀ ਤੇ ਮੈਨੂੰ ਇਸੇ ਜਗ੍ਹਾ ਤੇ ਉਹਨੂੰ ਪਕੜ ਕੇ ਰੱਖਣ ਵਾਸਤੇ ਵਰਕ ਕਰਨਾ ਪਏਗਾ ਤੇ ਉਹ ਜਿਹੜਾ ਮੇਰਾ ਵਰਕ ਹੋਏਗਾ that amount of work done will give you the value of gravitational potential। ਉਹ P ਪੁਆਇੰਟ ਦੇ ਉੱਤੇ gravitational potential ਦੀ ਵੈਲਿਊ ਆਏਗੀ। ਹਾਂਜੀ ਬੇਟਾ ਕਲੀਅਰ ਹੈ। ਜਦੋਂ ਮੈਂ ਇਨਫਿਨਿਟੀ ਤੇ ਆ ਕੋਈ ਫੋਰਸ ਆਫ ਗ੍ਰੈਵਿਟੇਸ਼ਨ ਨਹੀਂ ਹੈ, ਕੋਈ ਵਰਕ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਸਾਡਾ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦੀ ਵੈਲਿਊ 0। ਤੇ ਜਦੋਂ ਬਾਡੀ ਨੂੰ ਅਸੀਂ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦੇ ਅੰਦਰ ਲੈ ਕੇ ਆਵਾਂਗੇ, ਅਰਥ ਦਾ ਗ੍ਰੈਵਿਟੇਸ਼ਨ ਫੀਲਡ ਹੋਏਗਾ, ਉਹ ਉਹਦੇ ਉੱਪਰ ਫੋਰਸ ਆਫ ਗ੍ਰੈਵਿਟੀ ਅਪਲਾਈ ਕਰੇਗੀ ਤੇ ਸਾਨੂੰ ਪੀ ਪੁਆਇੰਟ ਤੇ ਬਾਡੀ ਨੂੰ ਰੱਖਣ ਵਾਸਤੇ ਸਾਨੂੰ ਵਰਕ ਕਰਨਾ ਪਏਗਾ ਐਂਡ that ਵਰਕ ਜਿਹੜਾ ਹੈ ਉਹ ਬਾਡੀ ਵਿੱਚ ਸਟੋਰ ਹੋਏਗਾ in the form of potential and it is called the gravitational potential। ਪਰ ਬੇਟਾ ਧਿਆਨ ਰੱਖਣਾ ਹੈ ਕਿ ਬਾਡੀ ਕਿਹੜੀ ਲੈ ਕੇ ਆਣੀ ਹੈ ਜਿਹਦਾ ਮਾਸ 1 ਯੂਨਿਟ ਹੈ। ਆਈ ਥਿੰਕ ਕਿ ਤੁਹਾਨੂੰ ਕਲੀਅਰ ਹੋ ਗਿਆ। ਆਓ ਇਹਦੀ ਅਸੀਂ ਡੈਫੀਨੇਸ਼ਨ ਪੜ੍ਹਦੇ ਹਾਂ। ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਐਟ ਪੁਆਇੰਟ, ਜਿਸ ਵੀ ਪੁਆਇੰਟ ਦੇ ਉੱਤੇ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਨਿਕਾਲਣਾ ਹੈ ਉਹਦਾ ਨਾਮ ਜੂ ਨਿਕਾਲਣਾ ਹੈ। ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਐਟ ਏ ਪੁਆਇੰਟ, ਕਿਹੜੇ ਪੁਆਇੰਟ ਤੇ ਨਿਕਾਲ ਰਹੇ ਹਾਂ ਅਸੀਂ P। ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਐਟ ਏ ਪੁਆਇੰਟ P, ਉਹ ਪੁਆਇੰਟ P ਕਿੱਥੇ ਹੈ? ਇਨ ਦਾ ਗ੍ਰੈਵਿਟੇਸ਼ਨ ਫੀਲਡ, ਗ੍ਰੈਵਿਟੇਸ਼ਨਲ ਫੀਲਡ ਦੇ ਅੰਦਰ। is defined as amount of work done in bringing a body, ਜਿੰਨਾ ਵੀ ਸਾਨੂੰ ਵਰਕ ਕਰਨਾ ਪਏਗਾ ਬਾਡੀ ਨੂੰ ਲੈ ਕੇ ਆਣਾ। ਕਿਹੜੀ ਬਾਡੀ ਨੂੰ? in bringing a body ਜਿਹਦਾ ਆਪਣਾ ਮਾਸ ਕਿੰਨਾ ਹੈ, ਇਹ ਧਿਆਨ ਰੱਖਿਓ, ਇੱਥੇ ਅਸੀਂ ਯੂਨਿਟ ਮਾਸ ਲਿਖਣਾ ਹੈ। in bringing a body of unit mass ਕਿੱਥੋਂ ਲੈ ਕੇ ਆਣਾ ਹੈ? from infinity to that point, ਇਨਫਿਨਿਟੀ ਤੋਂ ਲੈ ਕੇ ਜਿਸ ਪੁਆਇੰਟ ਤੇ ਲੈ ਕੇ ਆਣਾ ਹੈ ਜਿੰਨਾ ਵਰਕ ਕਰਨਾ ਪਏਗਾ and that work will get stored in the body in the form of a gravitational potential। I think ਤੁਹਾਨੂੰ ਇਹ ਡੈਫੀਨੇਸ਼ਨ ਕਲੀਅਰ ਹੋ ਗਈ। ਜਸਟ ਅਸੀਂ ਬੇਟਾ ਵਰਕ ਹੀ ਕਰਨਾ ਹੈ, ਬਾਡੀ ਨੂੰ ਇਨਫਿਨਿਟੀ ਤੋਂ ਕਿਸੇ ਪੁਆਇੰਟ ਤੇ ਲੈ ਕੇ ਆਣਾ ਹੈ। ਪਰ ਬਾਡੀ ਸਾਡੀ ਕਿਹੜੀ ਹੈ? ਬਾਡੀ ਸਾਡੀ ਉਹ ਹੈ ਜਿਹਦਾ ਆਪਣਾ ਮਾਸ ਜਿਹੜਾ ਹੈ 1 ਯੂਨਿਟ ਹੈ। ਹਾਂਜੀ ਬੇਟਾ ਕਲੀਅਰ। ਹੁਣ ਡੈਫੀਨੇਸ਼ਨ ਤੇ ਬੇਟਾ ਆਪਾਂ ਨੂੰ ਕਲੀਅਰ ਹੋ ਗਈ। ਹੁਣ ਦੇਖਦੇ ਹਾਂ ਕਿ ਜਦੋਂ ਬਾਡੀ ਨੂੰ P ਪੁਆਇੰਟ ਤੇ ਲੈ ਕੇ ਆਣਾ ਹੈ, ਜਦੋਂ ਬਾਡੀ ਗ੍ਰੈਵਿਟੇਸ਼ਨ ਫੀਲਡ ਦੇ ਅੰਦਰ ਵੜੇਗੀ ਨਾ, ਇਸ ਪੁਆਇੰਟ ਤੋਂ ਬਾਅਦ ਬਾਡੀ ਨੇ ਗ੍ਰੈਵਿਟੀ ਦੇ ਅੰਦਰ ਆ ਗਈ ਤੇ ਜਦੋਂ ਗ੍ਰੈਵਿਟੀ ਦੇ ਅੰਦਰ ਆ ਗਈ ਉੱਥੇ ਹੀ ਬਾਡੀ ਦੇ ਉੱਪਰ ਫੋਰਸ ਐਕਟ ਹੋਣੀ ਜਿਹੜੀ ਹੈ ਉਹ ਸਟਾਰਟ ਹੋ ਚੁੱਕੀ ਹੈ। ਆਓ ਪਹਿਲਾਂ ਇਹਦੇ ਬਾਰੇ ਅਸੀਂ ਕੁਝ ਜਿਹੜਾ ਅਸੀਂ ਲਿਖ ਲੈਂਦੇ ਹਾਂ। ਕੰਸੀਡਰ, ਨਾਲ ਨਾਲ ਤੁਸੀਂ ਵੀ ਲਿਖੀ ਚਲੋ। ਕੰਸੀਡਰ ਅਰਥ to be a sphere of mass m and radius r। ਅਰਥ ਨੂੰ ਅਸੀਂ ਮੰਨ ਕੇ ਚੱਲੇ ਇੱਕ ਸਫੀਅਰ ਹੈ ਜਿਹਦਾ ਮਾਸ m ਹੈ ਤੇ ਰੇਡੀਅਸ ਕਿੰਨਾ ਹੈ? r। let a body of unit mass, ਇੱਕ ਬੋਡੀ ਹੈ ਜਿਹਦਾ ਆਪਣਾ ਮਾਸ ਕਿੰਨਾ ਹੈ? ਯੂਨਿਟ, is placed at infinity। ਅਸੀਂ ਕਿੱਥੇ ਰੱਖੀ ਹੈ? ਇਨਫਿਨਿਟੀ ਤੇ। ਇਨਫਿਨਿਟੀ ਦਾ ਮਤਲਬ that is out of ਗ੍ਰੈਵਿਟੇਸ਼ਨਲ ਫੀਲਡ। ਗ੍ਰੈਵਿਟੇਸ਼ਨ ਫੀਲਡ ਤੋਂ ਬਾਹਰ ਸਾਡੀ ਜਿਹੜੀ ਹੈ ਬਾਡੀ ਪਈ ਹੈ ਜਿਹਦਾ ਆਪਣਾ ਮਾਸ ਕਿੰਨਾ ਹੈ? 1 ਯੂਨਿਟ।
ਨਾਓ ਵੀ ਵਾਂਟ, ਤੁਸੀਂ ਕੀ ਚਾਹੁੰਦੇ ਹੋ? ਬੋਡੀ ਨੂੰ ਚੁੱਕ ਕੇ ਲੈ ਕੇ ਆਣਾ ਹੈ। ਵੀ ਵਾਂਟ ਟੂ ਬ੍ਰਿੰਗ ਦੀ ਬੋਡੀ, ਕਿੱਥੋਂ ਲੈ ਕੇ ਆਣਾ ਹੈ? ਫਰੋਮ ਇਨਫਿਨਿਟੀ ਟੂ ਪੁਆਇੰਟ P। ਅਸੀਂ ਬੋਡੀ ਨੂੰ ਇਨਫਿਨਿਟੀ ਤੋਂ ਕਿਹੜੇ ਪੁਆਇੰਟ ਤੇ ਲੈ ਕੇ ਆਣਾ ਹੈ? P ਇਨ ਦਾ ਗ੍ਰੈਵਿਟੇਸ਼ਨ ਫੀਲਡ, in the gravitation field. Work done, work has to be done. Therefore, work has to be done. ਸਾਨੂੰ work ਕਰਨਾ ਪਏਗਾ, and that work will get stored in the body in the form of potential, gravitational potential. ਹਾਂਜੀ ਬੇਟਾ, it's clear. Now suppose at any time, suppose मान लो, suppose at any time t, at any time t, body is at point A। मान लो कि बॉडी लैके ते असी बेटा P पॉइंट ते आना है। मान लो किसी टाइम ते बॉडी साडी किथे पहुंची है? A पॉइंट ते। whose distance from the center of earth is x। ਜਦੋਂ ਬੋਡੀ ਮੇਰੀ A ਪੁਆਇੰਟ ਤੇ ਪਹੁੰਚੀ ਉਦੋਂ ਮੇਰਾ ਸੈਂਟਰ ਤੋਂ ਲੈ ਕੇ ਡਿਸਟੈਂਸ ਕਿੰਨਾ? ਦੇਖੋ ਸਾਡੇ ਕੋਲ ਕਿੰਨਾ ਲਿਖਿਆ ਸੀ? x। ਹਾਂਜੀ ਬੇਟਾ, ਕਲੀਅਰ। ਬੋਡੀ ਨੂੰ ਲੈ ਕੇ ਕਿੱਥੋਂ ਆਣਾ ਹੈ? ਅਸੀਂ ਬੋਡੀ ਨੂੰ ਲੈ ਕੇ ਆਣਾ ਇਨਫਿਨਿਟੀ ਤੋਂ। ਕਿੱਥੇ ਲੈ ਕੇ ਜਾਣਾ ਹੈ? P ਪੁਆਇੰਟ ਤੇ ਲੈ ਕੇ ਜਾਣਾ ਹੈ। ਪਰ ਜਦੋਂ ਅਸੀਂ ਇਹਨੂੰ P ਪੁਆਇੰਟ ਤੇ ਖੜ ਰਹੇ ਸੀ, ਮੰਨ ਲਓ ਕਿਸੇ ਟਾਈਮ ਦੇ ਉੱਤੇ ਸਾਡੀ ਬੋਡੀ ਕਿਹੜੇ ਪੁਆਇੰਟ ਤੇ ਪਹੁੰਚੀ ਹੈ? ਸਾਡੀ ਬੋਡੀ ਪਹੁੰਚੀ ਹੈ A ਪੁਆਇੰਟ ਤੇ ਉਹਦਾ ਡਿਸਟੈਂਸ ਜਿਹੜਾ ਹੈ ਸੈਂਟਰ ਤੋਂ ਕਿੰਨਾ ਹੈ? x। therefore force of gravitation is given by, force of gravitation ਕਿੰਨੀ ਆਏਗੀ? ਸਾਡੇ ਕੋਲ ਆਏਗੀ F is equal to, ਕੀ ਫਾਰਮੂਲਾ ਹੁੰਦਾ ਹੈ? Gmm divided by ਸਾਡੇ ਕੋਲ ਹੁੰਦਾ ਹੈ R square। ਇਹ ਫਾਰਮੂਲਾ ਬੇਟਾ ਤੁਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਫੋਰਸ ਆਫ ਗ੍ਰੈਵਿਟੇਸ਼ਨ ਦਾ ਫਾਰਮੂਲਾ F is equal to Gmm over R square। ਇਥੇ ਕਿਹੜੀ ਬੋਡੀ ਲੈ ਕੇ ਆ ਰਹੇ ਹਾਂ? ਅਸੀਂ ਯੂਨਿਟ ਮਾਸ ਬੋਡੀ। ਤੇ ਜੇ ਯੂਨਿਟ ਮਾਸ ਬੋਡੀ ਹੈ ਇਹਦਾ ਮਤਲਬ ਇੱਥੇ ਅਸੀਂ 1 ਲਿਖਾਂਗੇ। ਸਾਡਾ ਮਾਸ ਕਿੰਨਾ ਹੈਗਾ? 1 ਯੂਨਿਟ। ਤੇ ਬੋਡੀ ਕਿਹੜੇ ਪੁਆਇੰਟ ਤੇ ਆ? A ਤੇ ਉਹਦਾ ਡਿਸਟੈਂਸ ਕਿੰਨਾ? ਸੈਂਟਰ ਤੋਂ ਸੈਂਟਰ ਤੱਕ ਸਾਡਾ ਕਿੰਨਾ ਹੈ? x। ਇਹਦਾ ਮਤਲਬ ਸਾਡੇ ਕੋਲ ਜਿਹੜਾ ਹੈ ਨੀਚੇ ਸਾਡਾ ਡਿਸਟੈਂਸ ਆਏਗਾ x ਦਾ ਕੀ ਆ ਜਾਏਗਾ? ਸਾਡੇ ਕੋਲ ਸਕੁਅਰ। ਦਿਸ ਇਜ਼ ਇਕੁਏਸ਼ਨ ਨੰਬਰ 1। ਬੋਡੀ ਨੂੰ ਇਨਫਿਨਿਟੀ ਤੋਂ P ਪੁਆਇੰਟ ਤੇ ਲੈਣਾ ਹੈ। ਕਿਸੇ ਟਾਈਮ ਤੇ ਅਸੀਂ ਕਿਹੜੇ ਪੁਆਇੰਟ ਤੇ ਪਹੁੰਚੇ ਹਾਂ? A ਤੇ। ਇੱਥੇ ਅਸੀਂ ਗ੍ਰੈਵਿਟੇਸ਼ਨ ਫੋਰਸ ਜਿਹੜੀ ਹੈ ਅਸੀਂ ਨਿਕਾਲ ਚੁੱਕੇ ਹਾਂ। ਨਾਓ ਆਫਟਰ ਸਮਾਲ ਟਾਈਮ, ਆਫਟਰ ਸਮਾਲ ਟਾਈਮ dt, ਥੋੜਾ ਜਿਹਾ ਟਾਈਮ ਹੋਰ ਬੀਤ ਗਿਆ ਤੇ ਬੋਡੀ A ਤੋਂ ਕਿੱਥੇ ਆਈ ਹੈ? B ਤੱਕ। ਆਫਟਰ ਸਮਾਲ ਟਾਈਮ dt, the body reaches at point B। बॉडी केड़े पॉइंट ते पहुंची है? B ते। आफ्टर कवरिंग small displacement, after covering small displacement, हाँ जी किन्नी डिस्प्लेसमेंट? dx। थोड़ी जी उन्हें जड़ी है
डिस्प्लेसमेंट की थी, देन वर्क डन इज गिवन बाय, ते साडा जिहड़ा है वर्क कितना आएगा, देन स्मॉल अमाउंट ऑफ वर्क डन ए तो बी तक, देन स्मॉल अमाउंट ऑफ वर्क डन, small amount of work done is given by dw equal to force into displacement। ਸਾਡੇ ਕੋਲ F ਨੂੰ ਅਸੀਂ ਜਿਹੜਾ ਹੈ displacement ਦੇ ਨਾਲ ਅਸੀਂ ਜਿਹੜਾ ਇਸ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ force ਤੇ displacement। gravity ਵਾਲੀ force ਵੀ ਇੱਧਰ ਨੂੰ ਖਿੱਚੇਗੀ, displacement ਵੀ ਉੱਧਰ ਨੂੰ ਹੈ, then small amount of work done is given by this। now we will put the value, F ਦੀ ਵੈਲਿਊ ਕਿੰਨੀ ਆਏਗੀ, gm over x square into dx। ਆਹ ਵਾਲੀ ਵੈਲਿਊ ਅਸੀਂ ਇਹਦੇ ਵਿੱਚ ਅਸੀਂ ਪੁੱਟ ਕਰ ਦਿੱਤੀ ਹੈ। ਹਾਂਜੀ ਬੇਟਾ, ਇੱਥੋਂ ਤੱਕ ਤੁਹਾਨੂੰ ਪਤਾ ਲੱਗਿਆ ਕਿ ਸਮਾਲ ਅਮਾਉਂਟ ਆਫ ਜਿਹੜਾ ਹੈ ਵਰਕ ਡਨ ਇੰਨਾ ਹੋ ਗਿਆ। ਨਾਓ ਟੋਟਲ ਵਰਕ ਡਨ, total work done in bringing, total work done in bringing a body, total work done in bringing a body किथों, from infinity to point P। टोटल वर्क डन बेटा किवें निकालोगे, पहला ए तो बी तक असी स्मॉल वर्क निकाल लिया, ओ ते साडे कोल आ गया। दिस इज यूर क्वेश्चन नंबर 2। हुण असी टोटल वर्क किवें निकालीए, टोटल वर्क निकालने वास्ते असी जिहड़ा है इस इक्वेशन नूं असी इंटैग्रेट करांगे। टोटल वर्क डन इन ब्रिंगिंग ए बॉडी फ्रॉम इनफिनिटी टू पॉइंट पी इज गिवन बाय, असी जिहड़ी है स्मॉल वर्क डन दी असी इंटैग्रेशन कर देंगे। नाउ टोटल वर्क डन विल बी इंटैग्रेशन ऑफ स्मॉल वर्क डन किथों, इनफिनिटी तो लैके आए हैं केड़े पॉइंट ते, पी पॉइंट ते पी दा डिस्टेंस कितना देखो, जो असी पी पॉइंट ते आ गए ओदा डिस्टेंस कितना रह गया बाकी आर। पहला इनफिनिटी ते सी, डिस्टेंस साडा इनफिनिटी चल रहा सी, हुण असी पी ते आ गए तो साडा डिस्टेंस आ गया आर, ते इहदे विच असी वैल्यू पुट कर दांगे। कितनी वैल्यू आई सी, साडे कोल सीगी gm ओवर x स्क्वायर इनटू dx, आ साडी वैल्यू सीगी, ते इनफिनिटी तो साडे कोल आ गया r। यह साडा आ गया टोटल वर्क डन। आओ इसनूं असी जिहड़ा है फर्दर सोल्व करिए। नाउ इट इज इक्वल टू G कांस्टेंट है, मास कांस्टेंट बाहर आ गया, अंदर साडे कोल 1 ओवर x स्क्वायर ते नाल रह गया dx, इनफिनिटी तो साडे कोल कितना आ गया r। इट इज इक्वल टू gm ते x स्क्वायर ऊपर जाके साडे कोल आ गया -2 इंटू dx, इनफिनिटी तो साडे कोल कितना आ गया r। नाउ ए बेटा तुहानू ऑलरेडी पता ही है, इनू अगे फर्दर सॉल्व किवें करना है। इट इज इक्वल टू gm, जो पावर है पावर विच एक प्लस कर दीदा है, प्लस करके जो आए उन्होंने नीचे डिवाइड कर दीदा है। ए पिछे असी काफी बारी जिहड़ी है ए वाली इंटैग्रेशन जिहड़ी है असी सॉल्व कीती है। नाउ लिमिट किहड़े पासे पाई दी है, असी पुट करांगे हमेशा इनू राइट साइड ते। हाँ जी, पावर विच एक प्लस करता। नाउ इट इज इक्वल टू gm x दी पावर -1 ओवर -1 इनफिनिटी टू साडे को कितना आ गया r, माइनस विचों बाहर कट दिता, साडे कोल आ गया gm ते ब्रैकेट दे विच बच गया 1 ओवर x इनफिनिटी टू r। ए वाला माइनस बेटा असी बाहर निकाल दिता, x दे उत्ते -1 है, ਇਹਦਾ ਕੀ ਬਣਾਤਾ ਸੀ 1 ਓਵਰ x, x ਦੀ ਪਾਵਰ -1 ਨੂੰ ਕੀ ਲਿਖ ਸਕਦੇ ਆ 1 ਓਵਰ x। ਹੁਣ ਬੇਟਾ ਇਹਨਾਂ ਦੀ ਵੈਲਿਊ ਪੁੱਟ ਕਰ ਦੋ, -gm, ਪਹਿਲਾ x ਦੀ ਜਗ੍ਹਾ ਤੇ ਕੀ ਆਏਗਾ, ਪਹਿਲਾ ਅਪਰ ਲਿਮਿਟ ਪੁੱਟ ਕਰੋ, x ਦੀ ਜਗ੍ਹਾ ਤੇ 1 ਓਵਰ x ਹੈ, ਕੀ ਬਣ ਗਿਆ 1 ਓਵਰ r, ਮਾਈਨਸ ਹੁਣ ਇਥੇ ਇਨਫਿਨਿਟੀ ਪੁੱਟ ਕਰ ਦੋ,
1 ਓਵਰ ਸਾਡੇ ਕੋਲ ਆ ਗਿਆ ਇਨਫਿਨਿਟੀ ਤੇ 1 ਓਵਰ ਇਨਫਿਨਿਟੀ ਕਿੰਨਾ ਹੁੰਦਾ ਹੈ 0 ਜਦੋਂ ਕਿਸੇ ਨੂੰ ਵੀ ਇਨਫਿਨਿਟੀ ਨਾਲ ਡਿਵਾਈਡ ਕਰੋਗੇ ਤੇ ਸਾਡੇ ਕੋਲ ਜਿਹੜਾ ਹੈ ਉਹ 0 ਆਏਗਾ ਇਹ ਸਾਡਾ ਬੇਟਾ ਜਿਹੜਾ ਹੈ ਉਹ ਵਰਕ ਆ ਰਿਹਾ ਹੈ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਵਰਕ ਦੀ ਵੈਲਿਊ ਆ ਗਈ -gm ਡਿਵਾਈਡਡ ਬਾय ਇੱਥੇ ਆ ਗਿਆ 1 ਓਵਰ r -0 ਆ ਬੇਟਾ ਸਾਡਾ 0 ਹੋ ਗਿਆ ਐਂਡ that work will be equal to gm divided by r ਇਹ ਸਾਡੇ ਕੋਲ ਆਇਆ ਮਾਈਨਸ ਦੇ ਵਿੱਚ -gm divided by r ਇਹਨਾਂ ਵਰਕ ਜਿਹੜਾ ਹੈ ਸਾਨੂੰ ਕਰਨਾ ਪਿਆ ਬਾਡੀ ਨੂੰ ਜਦੋਂ ਅਸੀਂ ਲੈ ਕੇ ਆਏ ਆ ਕਿੱਥੋਂ ਲੈ ਕੇ ਆਏ ਆ infinity to that point this work done will get stored in the unit mass body किस रूप च in the form of किस फॉर्म ਦੇ ਵਿੱਚ ਸਟੋਰ ਹੋ ਜਾਏਗਾ in the form of gravitation potential ਇਹ ਵਾਲਾ ਜਿਹੜਾ ਵਰਕ ਹੈ ਸਾਡੀ ਬਾਡੀ ਦੇ ਵਿੱਚ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦੇ ਰੂਪ ਚ ਜਿਹੜਾ ਹੈ ਸਟੋਰ ਹੋ ਜਾਏਗਾ therefore vp v ਦਾ ਮਤਲਬ ਪੋਟੈਂਸ਼ੀਅਲ ਤੇ ਸਾਡਾ ਆ ਗਿਆ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ v it is equal to -gm divided by r ਇਹ ਬੇਟਾ ਸਾਡਾ ਜਿਹੜਾ ਫਾਰਮੂਲਾ ਹੈ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਦਾ ਇਹਦਾ ਮਤਲਬ ਜਦੋਂ ਵੀ ਬਾਡੀ ਸਾਡੀ ਇਨਫਿਨਿਟੀ ਤੇ ਪਈ ਹੈ ਉੱਥੇ ਕੋਈ ਵੀ ਪੋਟੈਂਸ਼ੀਅਲ ਨਹੀਂ ਹੁੰਦਾ ਕਿਉਂਕਿ ਸਾਨੂੰ ਕੋਈ ਵਰਕ ਕਰਨ ਦੀ ਲੋੜ ਨਹੀਂ ਕਿਉਂਕਿ ਗ੍ਰੈਵਿਟੀ ਉਹਦੇ ਉੱਪਰ ਕੋਈ ਐਕਟ ਹੀ ਨਹੀਂ ਕਰ ਰਹੀ ਕੋਈ ਫੋਰਸ ਨਹੀਂ ਲੱਗ ਰਹੀ ਤੇ ਜਦੋਂ ਬਾਡੀ ਨੂੰ ਗ੍ਰੈਵਿਟੇਸ਼ਨ ਫੀਲਡ ਦੇ ਅੰਦਰ ਲੈ ਕੇ ਆਣਾ ਹੈ ਤੇ ਸਾਨੂੰ ਜਿਹੜਾ ਹੈ ਵਰਕ ਕਰਨਾ ਪੈਂਦਾ ਹੈ ਬਾਡੀ ਇੱਥੇ ਬੜਾ ਧਿਆਨ ਰੱਖਣਾ ਹੈ ਡੈਫੀਨੇਸ਼ਨ ਲਿਖਦਿਆਂ ਚ ਯੂਨਿਟ ਜਿਹੜਾ ਮਾਸ ਜਿਹੜਾ ਹੈ ਉਹ ਲਿਖਣਾ ਬਹੁਤ ਹੀ ਜ਼ਰੂਰੀ ਹੈ ਤੇ ਜੇ ਅਸੀਂ ਯੂਨਿਟ ਮਾਸ ਨਹੀਂ ਲਿਖਿਆ ਪੂਰੀ ਬਾਡੀ ਹੀ ਲਿਖ ਦਿੰਨੇ ਆ ਫਿਰ ਸਾਡਾ ਆਰਟੀਕਲ ਜਿਹੜਾ ਹੈ ਉਹ ਪੋਟੈਂਸ਼ੀਅਲ એનર્ਜੀ ਦਾ ਆਰਟੀਕਲ ਬਣ ਜਾਏਗਾ ਜਿਹੜਾ ਅਸੀਂ ਇਸ ਤੋਂ ਬਾਅਦ ਅਸੀਂ ਨੈਕਸਟ ਜਿਹੜਾ ਹੈ ਆਪਾਂ ਉਹ ਡਿਸਕਸ ਕਰਨਾ ਹੈ ਆਈ ਥਿੰਕ ਇਹ ਬੇਟਾ ਤੁਹਾਨੂੰ ਕਲੀਅਰ ਹੋ ਗਿਆ ਕਿ this is the formula for gravitational potential ਤੇ ਇਹ ਹਮੇਸ਼ਾ ਹੀ 네ਗੇਟਿਵ ਹੁੰਦਾ ਹੈ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦੀ ਵੈਲਿਊ ਜਿਹੜੀ ਹੈ ਇਟ ਇਜ਼ 네ਗੇਟਿਵ ਤੇ ਜੇ ਬਾਡੀ ਮੇਰੀ ਇਨਫਿਨਿਟੀ ਤੇ ਹੈ ਮੰਨ ਲਓ ਇਨਫਿਨਿਟੀ ਤੇ r ਕਿੰਨਾ ਭਰੋਗੇ ਜਦੋਂ ਬਾਡੀ ਮੇਰੀ ਬਹੁਤ ਦੂਰ ਇਨਫਿਨਿਟੀ ਹੈ ਤੇ ਇੱਥੇ ਇਨਫਿਨਿਟੀ ਆਪਾਂ ਭਰਾਂਗੇ ਤੇ ਜਦੋਂ ਇਨਫਿਨਿਟੀ ਨਾਲ ਡਿਵਾਈਡ ਹੋ ਗਿਆ ਤਾਂ ਸਾਰਾ ਆਨਸਰ ਕਿੰਨਾ ਹੋ ਜਾਏਗਾ ਸਾਡੇ ਕੋਲ 0 ਹੋ ਜਾਏਗਾ ਇਸ ਤੋਂ ਬਾਅਦ ਤੁਸੀਂ ਲਿਖਣਾ ਚਾਹੋ at ਇਨਫਿਨਿਟੀ r ਦੀ ਵੈਲਿਊ ਅਸੀਂ ਜਿਹੜੀ ਹੈ ਇਨਫਿਨਿਟੀ ਪੁੱਟ ਕਰ ਦਾਂਗੇ ਤੇ ਜਦੋਂ ਇਨਫਿਨਿਟੀ ਪੁੱਟ ਕਰੋਗੇ ਤਾਂ therefore vp is equal to ਕਿੰਨਾ ਆਏਗਾ -gm over ਇਨਫਿਨਿਟੀ ਤੇ ਜਦੋਂ ਇਨਫਿਨਿਟੀ ਨਾਲ ਡਿਵਾਈਡ ਹੋ ਗਿਆ ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ 0 ਹੋ ਜਾਂਦਾ ਹੈ ਹਾਂਜੀ ਬੇਟਾ ਕਲੀਅਰ what is the gravitational potential at infinity it is 0 ਤੇ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਸਿਰਫ ਕਿੱਥੇ ਹੁੰਦਾ ਹੈ ਜਿੰਨਾ ਚਿਰ ਅਸੀਂ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦੇ ਅੰਦਰ ਨਹੀਂ ਆਉਂਦੇ ਤੇ ਜਿੰਨਾ ਵਰਕ ਕਰਾਂਗੇ ਉਹਦੇ ਅਕੋਰਡਿੰਗ ਸਾਡਾ ਜਿਹੜਾ ਹੈ ਗ੍ਰੈਵਿਟੇਸ਼ਨ ਜਿਹੜਾ ਹੈ ਉਹ ਪੋਟੈਂਸ਼ੀਅਲ ਬਾਡੀ ਵਿੱਚ ਸਟੋਰ ਹੁੰਦਾ ਜਾਂਦਾ ਹੈ ਥੈਂਕ ਯੂ